पिछले सालों तो ਅਸੀਂ 30 ਸਾਲਾਂ ਤੋਂ ਅਫਗਾਨੀ ਸਿੱਖ ਹਾਂ, ਅਸੀਂ ਪਾਕਿਸਤਾਨੀ ਸਿੱਖ ਵੀ ਸਾਨੂੰ ਸਿਟੀਜ਼ਨशिप ਦਿੱਤੀ ਜਾਵੇ ਤੇ ਸਾਡੀ ਜਿਹੜੀ ਗੱਲ ਆ ਸੈਂਟਰ ਤੱਕ ਪਹੁੰਚਾਈ ਜਾਵੇ। भाई दिक्कत यह है कि हम 2008 से आए हैं तो हमने ये सोचा था कि हिंदुस्तान हमारा अपना मुल्क है, तो हम बहुत उम्मीद लेके इधर आए थे, है ना। ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਭਾਰਤ ਆਏ ਨਾਗਰਿਕ ਜੋ ਕਿ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਸੂਬਿਆਂ ਵਿੱਚ ਰਹਿ ਰਹੇ ਨੇ, ਅੱਜ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੰਦਿਆਂ ਇਹ ਮੰਗ ਕੀਤੀ ਹੈ ਕਿ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿਵਾਈ ਜਾਵੇ ਤੇ ਉਹਨਾਂ ਨੂੰ ਵਾਰ-ਵਾਰ ਵੀਜ਼ਾ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਸਿੱਖ ਸੂਰਬੀਰ ਸਿੰਘ ਨੇ ਦੱਸਿਆ ਕਿ ਅਫਗਾਨਿਸਤਾਨ ਦੇ ਹਾਲਾਤ ਬਦ ਤੋਂ ਬਦਤਰ ਨੇ, ਜਿਸ ਦੇ ਚੱਲਦੇ ਉਹ ਉੱਥੇ ਨਹੀਂ ਰਹਿਣਾ ਚਾਹੁੰਦੇ ਤੇ ਉੱਥੇ ਰਹਿ ਰਹੇ ਕੁਝ ਪਰਿਵਾਰਾਂ ਦਾ ਬਹੁਤ ਬੁਰਾ ਹਾਲ ਹੈ। ਲੋਕਾਂ ਦੀਆਂ ਧੀਆਂ ਭੈਣਾਂ ਸੁਰੱਖਿਅਤ ਨਹੀਂ। ਹਾਂਜੀ ਸਰ, ਕੀ ਨਾਂ ਹੈ ਤੁਹਾਡਾ ਜੀ? ਹਾਂਜੀ, ਮੇਰਾ ਨਾਮ ਸੂਰਬੀਰ ਸਿੰਘ ਆ। ਅਸੀਂ ਅਫਗਾਨ ਨਾਗਰਿਕ, ਸਿੱਖ ਨਾਗਰਿਕ ਸਾਰੇ ਇਕੱਠੇ ਹਾਂ ਜੀ। ਅਸੀਂ ਮੰਗ ਪੱਤਰ ਤੁਸੀਂ ਲੈ ਕੇ ਸਿੰਘ ਸਾਹਿਬ ਨੂੰ ਮਿਲੇ ਹੋ ਜੀ? ਅਸੀਂ ਮੰਗ ਪੱਤਰ ਇਹ ਲੈ ਕੇ ਆਏ ਵੀ ਜਿਹੜੇ ਪਿਛਲੇ ਸਾਲਾਂ ਤੋਂ ਅਸੀਂ 30 ਸਾਲਾਂ ਤੋਂ ਅਫਗਾਨੀ ਸਿੱਖ ਹਾਂ, ਅਸੀਂ ਪਾਕਿਸਤਾਨੀ ਸਿੱਖ ਜਿਹੜੇ ਕਿ ਇੰਡੀਆ ਵਿੱਚ ਭਾਰਤ ਵਿੱਚ ਕੋਈ ਅੰਮ੍ਰਿਤਸਰ, ਕੋਈ ਪੰਜਾਬ, ਕੋਈ ਕਿੱਥੇ, ਕੋਈ ਚੰਡੀਗੜ੍ਹ, ਕੋਈ ਦਿੱਲੀ ਵਿੱਚ ਰਹਿ ਰਹੇ ਨੇ ਤੇ ਅਸੀਂ ਅੱਜ ਆਪਣੇ ਬੇਨਤੀ ਲੈ ਕੇ ਆਏ ਸੀ ਵੀ ਅਸੀਂ 30 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ, ਸਾਨੂੰ ਵੀਜ਼ਾ ਲੈਣ ਲੱਗੇ ਦਿੱਕਤ ਆਉਂਦੀ ਹੈ, ਬੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਅੱਜ ਇਹ ਅਪੀਲ ਲੈ ਕੇ ਆਏ ਹਾਂ ਵੀ ਸਾਨੂੰ ਸਿਟੀਜ਼ਨशिप ਦਿੱਤੀ ਜਾਵੇ ਤੇ ਸਾਡੀ ਜਿਹੜੀ ਗੱਲ ਆ ਸੈਂਟਰ ਤੱਕ ਪਹੁੰਚਾਈ ਜਾਵੇ। ਅੱਛਾ, ਪਹਿਲਾਂ ਇੱਕ ਫੈਮਿਲੀ ਨੂੰ ਗਵਾਹ ਕੀਤਾ ਗਿਆ ਸੀ ਉਹਨਾਂ ਦੇ ਬੰਦਿਆਂ ਨੂੰ ਜੀ, ਤੇ ਉਹ ਮਤਲਬ ਫਿਰ ਉਹ ਇੱਥੇ ਵਾਪਸ ਆਪਣੇ ਵਤਨ ਵਰਤੇ ਤੇ ਉਹਨਾਂ ਨੂੰ ਕਿਹਨਾਂ PR ਦਿੱਤੇ ਜੀ? ਬਿਲਕੁਲ ਜੀ, ਬਿਲਕੁਲ। ਅਸੀਂ PM ਮੋਦੀ ਦਾ ਤੇ ਸਰਕਾਰ, ਭਾਰਤ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਹੜੇ ਫਸੇ ਲੋਕਾਂ ਨੂੰ ਅਫਗਾਨਿਸਤਾਨ ਤੇ ਪਾਕਿਸਤਾਨ ਚੋਂ ਕੱਢ ਰਹੇ ਨੇ। ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਉਹਨਾਂ ਨਾਲ ਅਤੇ ਸਾਡੀ ਉਮੀਦ ਕਰਦੇ ਹਾਂ ਵੀ ਜਿਹੜੇ ਵੀ ਲੋਕਾਂ ਦੇ ਕੋਈ ਦਿੱਕਤਾਂ ਦਾ ਸਾਹਮਣਾ ਆਏਗਾ ਅਸੀਂ ਭਾਰਤ ਸਰਕਾਰ ਉਹਦੀ ਸਹਾਇਤਾ ਕਰੇਗੀ ਤੇ ਅਸੀਂ ਉਸ ਅਪੀਲ ਤੇ ਅਸੀਂ ਅਪੀਲ ਦਿੱਤੀ ਹੈ ਵੀ ਸਾਨੂੰ ਵੀ ਨਾਗਰਿਕਤਾ ਦਿੱਤੀ ਜਾਵੇ, ਕਿਉਂਕਿ ਅਸੀਂ ਵੀ ਬਹੁਤ ਚਿਰਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਸਾਨੂੰ ਵੀ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ 2008 ਵਿੱਚ ਪਾਕਿਸਤਾਨ ਤੋਂ ਭਾਰਤ ਆਏ ਹਰਦੁਆਰੀ ਲਾਲ ਨੇ ਦੱਸਿਆ ਕਿ ਅਸੀਂ 2008 ਵਿੱਚ ਭਾਰਤ ਇਸ ਆਸ ਵਿੱਚ ਆਏ ਸੀ ਕਿ ਇੱਥੇ ਸਾਡੇ ਧਰਮ ਦੇ ਲੋਕ ਨੇ ਤੇ ਸਾਡਾ ਧਰਮ ਅਤੇ ਪਰਿਵਾਰ ਇੱਥੇ ਸੁਰੱਖਿਅਤ ਹੈ ਅਤੇ ਉਸ ਸਮੇਂ ਤੋਂ ਹੀ ਅਸੀਂ ਅਪੀਲ ਕਰ ਰਹੇ ਹਾਂ ਕਿ ਸਾਨੂੰ ਇੱਥੋਂ ਦੀ ਨਾਗਰਿਕਤਾ ਦਿੱਤੀ ਜਾਵੇ, ਕਿਉਂਕਿ ਪਾਕਿਸਤਾਨ ਦੇ ਸ਼ਹਿਰਾਂ ਤੱਕ ਤੇ ਠੀਕ ਹੈ ਪਰ ਸਰਹੱਦੀ ਖੇਤਰ ਵਿੱਚ ਜਨ ਜੀਵਨ ਸੁਰੱਖਿਅਤ ਨਹੀਂ, ਜਿਸ ਕਰਕੇ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਕੇਂਦਰ ਸਰਕਾਰ ਅੱਗੇ ਬੇਨਤੀ ਕਰਦੇ ਹਾਂ कि सानू भारत सरकार दी नागरिकता दवाई जावे। हाँ सर, क्या नाम है जी आपका? मेरा नाम है हरद्वारी लाल। आप कहाँ से हैं और क्या? हम पाकिस्तान से आए हैं 2008 में। तो क्या दिक्कत क्या आ रही सर आपको? भाई दिक्कत यह है कि हम 2008 से आए हैं तो हमने ये सोचा था कि हिंदुस्तान हमारा अपना मुल्क है, तो हम बहुत उम्मीद लेके इधर आए थे, है ना। तो हमने ये सोचा कि हमारा अपना धर्म का मुल्क है, वहाँ हमने अपना धर्म बचा के हम इधर हिंदुस्तान के शरण आए हैं 2008 में। वहाँ से हम उस समय से हम अभी तक अपीलिंग कर रहे हैं कि हमको नेशनलिटी मिल जाए, तो अभी तक हमको नेशनलिटी नहीं मिली। हम बहुत परेशान हैं, दुखी हैं, साल का वीज़ा लेते हैं, तो अब एक तरफ कारोबार नहीं है, दूसरी तरफ बार बार वीज़े के लिए आना पड़ता है ना। तो कभी किसी का वीज़ा मुक जाता है, कभी किसी का वीज़ा मुक जाता है, तो हम बहुत दुखी हैं इस चीज़ को लेके। उधर भी हम दुखी थे, इधर भी दुखी हैं। जो अफगानिस्तान में कुछ फैमिली को यहाँ पर PR दे दी, पक्का कर दिया गया जी, इसके बारे में आपका क्या कहना है? हमने ये कहना है कि सेंट्रल गवर्नमेंट से हमारी अपील है और पंजाब गवर्नमेंट से भी हमारी अपील है, जैसे उनको इधर पक्का कर दिया तो उनकी मदद की गई, उनको पक्का कर दिया, तो इस तरीके से हम भी वो करते हैं, ख्वाहिश करते हैं। हमारी ये विनती है कि हमको भी नेशनलिटी मिल जाए। पाकिस्तान में क्या हालात हैं यहाँ पर? पाकिस्तान में जो ट्राइबल इलाके हैं वहाँ हालात ठीक नहीं हैं। वहाँ कुछ ऐसे पहले भी थे, हमारे टाइम पे भी कुछ ऐसे मंगलबाज आतंकी ग्रुप हैं जो हमको भी धमका रहे थे। अभी भी वहाँ पहाड़ी इलाकों में जो ट्राइबल इलाके हैं वहाँ कोई नहीं जा सकता, किसी से टैक्स लेते हैं, किसी को उठा लेते हैं। अभी भी जितने भी हिंदू और सिख परिवार हैं वो सिर्फ पेशावर में हैं, शहर में उनकी बस उनकी हिफाजत हो रही है, बाकी नहीं हो सकता साइडों मैडों में। तो भारत सरकार से क्या अपील करते हैं? बस यही हमारी एक ही अपील है कि बस हमको इधर नेशनलिटी मिल जाए, नेशनलिटी हमको दी जाए, है ना। तो हम इनकी शरण आए हैं, हिंदुस्तान की शरण आए हैं, तो हमारा ये काम हो जाए तो कि हम बस निश्चिंत हो जाएं। आज आप मैं अपने ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ,
तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया। मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफैक्ट नहीं है। तो मेरे बाल ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। Now Even Punjabi launch a newspaper, The Power of Words. Now you check out all our daily updates on our website www.evenpunjabi.com and all updates on our social networks, Facebook, Twitter, Instagram and YouTube. Thank you.